गुरु जेह प्रसाद सच होए। वाहिगुरु जी की फतेह। बेगन बिनासन सोए। वाहिगुरु जी की फतेह। बेगन बिनासन सोए। जिन पढ़ सुन किए मन का मारन। से जो दाहन ते हथियारन। पढ़े जीव का कारण जो। बेचन हार शस्त्र समसो। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु जी का कांशी बनारस पहुंचना। ये दूसरी उदासी है जो श्री ननकाना साहब जी तो सतगुरु जी ने आरंभ की है। वखरे वखरे सनातन मत दे तीर्थ अस्थानां तो हुंदिया होया कदे कुरुक्षेत्र, कदे हरिद्वार, कदे वृंदावन, कदे अयोध्या। हुण सतगुरु जदों कांची पहुंचे ने नर बरिंदन सो पंडित आए श्री गुर आगे शीस नवाए। धर उर शरदा को टिग बैसे प्रश्न कीन मिल के तब ऐसे।
ਇੱਥੇ ਗੁਰੂ ਜੀ ਦੇ ਪਹੁੰਚਣ ਤੱਕ ਜਿਹੜੇ ਪੰਡਿਤ ਵਿਦਵਾਨ ਲੋਕ ਸਨ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਕੌਣ ਨੇ। ਇਸੇ ਕਰਕੇ ਗੁਰੂ ਜੀ ਦੇ ਜਾਣ ਸਾਰ ਉੱਥੋਂ ਦੇ ਪੰਡਤ ਇਕੱਠੇ ਹੋਏ ਨੇ, ਹੋਰ ਉੱਥੋਂ ਦਾ ਆਵਾਮ ਇਕੱਠਾ ਹੋਇਆ, ਲੋਕਾਈ ਇਕੱਠੀ ਹੋਈ। ਇਹਨਾਂ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ, ਫਿਰ ਇੱਕ ਬੇਨਤੀ ਕੀਤੀ, ਮਹਾਰਾਜ ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਨਤ ਸਦਾ ਵਿਵਹਾਰ। ਸਾਡਾ ਕੰਮ ਹੀ ਇਹ ਹੈ, ਤੀਰਥ ਸਥਾਨ ਤੇ ਰਹਿੰਦੇ ਆ, ਵੇਦਾਂ ਨੂੰ ਸਿਮਰਤੀਆਂ ਨੂੰ ਸ਼ਾਸਤਰਾਂ ਨੂੰ ਪੜ੍ਹਦੇ ਸੁਣਾਉਂਦੇ ਸੁਣਦੇ, ਸਾਡੀ ਕਿਰਤ ਵੀ ਇਹੋ ਹੀ ਹੈ, ਵਿਹਾਰ ਵੀ ਇਹੋ ਹੀ ਹੈ। ਹਮ ਔਰ ਸ਼ਾਂਤ ਨ ਆਵਈ ਮਿਟਤ ਨਹੀਂ ਹੰਕਾਰ। ਸਾਡੇ ਅੰਦਰ ਸ਼ਾਂਤੀ ਕਿਉਂ ਨਹੀਂ ਆਉਂਦੀ? ਸਾਡੇ ਅੰਦਰੋਂ ਹੰਕਾਰ ਕਿਉਂ ਨਹੀਂ ਮਿਟਦਾ? ਇੱਥੇ ਫਿਰ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਸੀ, ਸ਼੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਜਦੋਂ ਤੁਹਾਡੇ ਅੰਦਰ ਲਾਲਚ ਹੈ, ਤੁਹਾਡੇ ਅੰਦਰ ਕ੍ਰੋਧ ਹੈ, ਤੁਹਾਡੇ ਅੰਦਰ ਝੂਠ ਹੈ, ਤੁਹਾਡੇ ਅੰਦਰ ਲੋਕਾਂ ਦੀ ਨਿੰਦਿਆ ਹੈ, ਤੁਹਾਡੇ ਅੰਦਰ ਪਦਾਰਥਾਂ ਦੀ ਅਗਨੀ ਤ੍ਰਿਸ਼ਨਾ ਹੈ, ਫਿਰ ਦੁਨੀਆ ਦੇ ਕਿੰਨੇ ਰਸ ਨੇ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ। ਫਿਰ ਇਹਨਾਂ ਚੀਜ਼ਾਂ ਵਿੱਚ ਵੀ ਤੁਸੀਂ ਪ੍ਰਵਿਰਤ ਹੋ। ਝੂਠ ਤੁਹਾਡੇ ਕੋਲ, ਨਿੰਦਿਆ ਤੁਹਾਡੇ ਕੋਲ, ਲਾਲਚ ਤੁਹਾਡੇ ਕੋਲ, ਕ੍ਰੋਧ ਤ੍ਰਿਸ਼ਨਾ ਤੁਹਾਡੇ ਕੋਲ, ਸਵਾਦ ਜਿਹੜੇ ਨੇ ਉਹ ਸਾਰੇ ਤੁਸੀਂ ਰੱਖੇ ਹੋਏ ਨੇ। ਤਾਂ ਫਿਰ ਤੁਸੀਂ ਸ਼ਾਂਤੀ ਕਿੱਥੋਂ ਭਾਲਦੇ ਹੋ? ਇਹ ਵਸਤੂ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ। ਜਦੋਂ ਸਤਿਗੁਰੂ ਜੀ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ, ਕੁਝ ਗੱਲ ਸਮਝ ਆਈ, ਕੁਝ ਨਾ ਸਮਝ ਆਈ। ਫਿਰ ਸਤਿਗੁਰੂ ਜੀ ਨੇ ਦੱਸਿਆ ਕਿ ਵੇਖੋ ਭਾਈ, ਦੁਨੀਆ ਦੇ ਵਿੱਚ ਜਿਹੜੇ ਬਹਾਦਰ ਲੋਕ ਨੇ, ਪੜਨ ਪ੍ਰਕਾਰ ਦੋਏ ਕੋ ਜਾਣੋ। ਇਹ ਜਿਹੜੀ ਵਿਦਿਆ ਪੜ੍ਹਨੀ ਪੜ੍ਹਾਉਣੀ, ਇਹ ਵੀ ਦੋ ਕਿਸਮ ਦੀ ਹੈ। ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਚਾਹੋ ਤੇ ਅਸੀਂ ਤੁਹਾਨੂੰ ਥੋੜਾ ਜਿਹਾ ਖੋਲ ਕੇ ਸਮਝਾ ਦਿੰਦੇ ਆ। ਅਸਲ ਵਿੱਚ ਪਟੇਬਾਜ਼ ਇੱਕ ਸੂਰ ਪਰਮਾਨੂ, ਕਹਿੰਦੇ ਇੱਕ ਸਿਰਫ ਗੱਤਕਾ ਖੇਡਦਾ ਹੈ, ਉਹ ਅਸੀਂ ਕਹਿੰਦੇ ਵੀ ਉਹ ਵੀ ਸੂਰਮਾ ਹੈ। ਇਹਨੂੰ ਅਸੀਂ ਮਾਰਸ਼ਲ ਆਰਟ ਕਹਿੰਦੇ ਆ। ਇੱਕ ਵਾਕਈ ਸੂਰਮਾ ਹੁੰਦਾ, ਜਿਹੜਾ ਅਸਲੀ ਸੂਰਮਾ ਹੁੰਦਾ ਹੈ ਉਹ ਹਥਿਆਰ ਚਲਾਉਂਦਾ ਜਾ ਕੇ ਜੰਗਾਂ ਯੁੱਧਾਂ ਵਿੱਚ। ਉਹ ਆਪਣੇ ਹਥਿਆਰ ਵਿਖਾਉਂਦਾ ਨਹੀਂ ਹੈ, ਉਹ ਕੋਈ ਡਿਸਪਲੇ ਨਹੀਂ ਹੁੰਦਾ। ਜੇ ਆਪਾਂ ਕਹੀਏ ਵੀ ਜੰਗਾਂ ਯੁੱਧਾਂ 'ਚ ਕੋਈ ਡਿਸਪਲੇ ਹੋ ਰਿਹਾ ਹੈ, ਨਹੀਂ, ਉੱਥੇ ਜੰਗ ਹੋ ਰਹੀ ਹੈ। ਪਰ ਜਿਹੜੀ ਗੱਤਕਾਬਾਜੀ ਹੈ ਉਹ ਇੱਕ ਡਿਸਪਲੇ ਹੈ।
ਸਤਿਗੁਰੂ ਕਹਿਣ ਲੱਗੇ ਵਿਦਿਆ ਦੋ ਤਰ੍ਹਾਂ ਦੀ ਹੈ। ਇੱਕ ਉਹ ਹੈ ਜਿਹੜੀ ਲੋਕ ਗੱਤਕਾਬਾਜੀ ਕਰਦੇ ਨੇ, ਲੋਕਾਂ ਨੂੰ ਵਿਖਾਉਂਦੇ ਨੇ ਸ਼ਸਤਰ ਕਿਵੇਂ ਚਲਾਈਦੇ ਨੇ। ਇੱਕ ਅਸਲ ਸੂਰਮੇ ਹੁੰਦੇ ਨੇ ਜਿਹੜੇ ਜੰਗ ਯੁੱਧ ਵਿੱਚ ਚਲਾ ਕੇ ਹੀ ਦੱਸਦੇ ਨੇ। ਦੋਨਾਂ ਵਿੱਚ ਫਰਕ ਹੈ ਭਾਈ। ਜਿਹੜੇ ਸਿਰਫ ਵਿਖਾਉਂਦੇ ਨੇ ਉਹਦੇ ਨਾਲ ਕਦੇ ਕਿਸੇ ਦੀ ਲੱਤ ਬਾਂਹ ਨਹੀਂ ਕੱਟੀ ਜਾਂਦੀ, ਸਿਰ ਨਹੀਂ ਵੱਢਿਆ ਜਾਂਦਾ। ਪਰ ਜਿਹੜੇ ਅਸਲੀ ਸੂਰਮੇ ਹੁੰਦੇ ਨੇ ਉਹ ਤੇ ਇੱਕ ਦੂਸਰੇ ਦਾ ਨਿਬੇੜਾ ਵੀ ਕਰ ਦਿੰਦੇ ਨੇ। ਹੁਣ ਫਿਰ ਉੱਥੇ ਸਤਿਗੁਰੂ ਨੇ ਦੀ ਵਿਆਖਿਆ ਕੀਤੀ ਹੈ। ਕਹਿੰਦੇ ਜਿਹੜੇ ਗੱਤਕਾ ਖੇਡਣ ਵਾਲੇ ਨੇ ਇਹ ਉਹ ਲੋਕ ਨੇ, ਇਹ ਕਾਮ ਕ੍ਰੋਧ ਲੋਭ ਅਹੰਕਾਰਾ ਇਹ ਤੈ ਅੰਗ ਸੋ ਕਰੇ ਪ੍ਰਹਾਰਾ। ਜਿਹੜੇ ਗੱਤਕਾ ਖੇਡਦੇ ਨੇ ਉਹ ਸਿਰਫ ਵਿਖਾਵਾ ਕਰਦੇ ਨੇ। ਉਹਨਾਂ ਦੀ ਹਾਲਤ ਇਹ ਹੈ ਕਿ ਹੇਤ ਜੀਵਕਾ ਲੋਕ ਦਿਖਾਵਣ ਪੜਤ ਸੋ ਇੱਕ ਨ ਕਰੇ ਕਮਾਵਣ। ਉਹ ਸਿਰਫ ਆਪਣੀ ਰੋਟੀ ਰੋਜੀ ਵਾਸਤੇ ਕਰਦੇ ਨੇ। ਇੱਕ ਸੂਰਮੇ ਨੇ ਜਿਹੜੇ ਆਪਣੀ ਅਣਖ ਗੈਰਤ ਇੱਜ਼ਤ ਸਵੈਮਾਨ ਆਪਣੇ ਦੇਸ਼ ਵਾਸਤੇ ਲੜਦੇ ਨੇ। ਹੁਣ ਦੋਨਾਂ ਵਿੱਚ ਫਰਕ ਕੀ ਹੈ? ਜਿਹੜੇ ਸਿਰਫ ਗੱਤਕੇ ਤੱਕ ਸੀਮਤ ਨੇ, ਪਟੇਬਾਜ਼ੀ ਤੱਕ, ਉਹ ਸਿਰਫ ਇਹਨਾਂ ਸ਼ਸਤਰਾਂ ਨਾਲ ਆਪਣੀ ਰੋਟੀ ਕਮਾਉਂਦੇ ਨੇ। ਪਰ ਜਿਹੜੇ ਅਸਲ ਸੂਰਮੇ ਨੇ, ਧਰਮ ਦੀ ਦੁਨੀਆ ਵਿੱਚ ਅਸਲ ਸੂਰਮਾ ਜਿਹੜਾ ਧਰਮ ਗ੍ਰੰਥਾਂ ਦੇ ਵਿੱਚ ਰਹਿੰਦਾ ਹੈ, ਉਹ ਲੋਕਾਂ ਨਾਲ ਨਹੀਂ ਲੜਦਾ, ਕਿਉਂਕਿ ਉਹਨੂੰ ਧਰਮ ਗ੍ਰੰਥ ਪੜ੍ਹ ਕੇ ਸਮਝ ਆ ਜਾਂਦੀ ਹੈ ਕਿ ਅਵਰ ਪੰਚ ਹਮ ਏਕ ਜਨਾ। ਮੇਰੇ ਦੁਸ਼ਮਣ ਪੰਜ ਨੇ, ਮੈਂ ਇਕੱਲਾ ਹਾਂ। ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਣਾ। ਤੇ ਮੈਨੂੰ ਰੋਜ਼ ਮਾਰਦੇ ਨੇ, ਰੋਜ਼ ਲੁੱਟ ਲੈਂਦੇ ਨੇ। ਮੈਂ ਕਿਹਦੇ ਕੋਲ ਜਾ ਕੇ ਫਰਿਆਦ ਕਰਾਂ? ਉਹ ਫਿਰ ਗੁਰੂ ਤੋਂ ਬਾਣੀ ਦਾ ਸ਼ਬਦ ਦਾ ਸ਼ਸਤਰ ਲੈਂਦੇ ਨੇ, ਕਾਮ ਕ੍ਰੋਧ ਨੂੰ, ਲੋਭ ਨੂੰ, ਹੰਕਾਰ ਨੂੰ ਕੱਟ ਦਿੰਦੇ ਨੇ। ਉਹ ਫਿਰ ਇੱਥੋਂ ਤੱਕ ਆਪਣੇ ਮਨ ਨੂੰ ਵੀ ਮਾਰਦੇ ਨੇ। ਦੂਜੀ ਸਤਿਗੁਰੂ ਜੀ ਨੇ ਉਦਾਹਰਨ ਫਿਰ ਦਿੱਤੀ ਹੈ ਕਿ ਇਹ ਜਿਹੜੇ ਧਰਮ ਗ੍ਰੰਥ ਨੇ ਇਹ ਹਥਿਆਰਾਂ ਵਰਗੇ ਨੇ ਭਾਈ। ਜਿਨ੍ਹਾਂ ਵਿਅਕਤੀਆਂ ਨੇ ਧਰਮ ਗ੍ਰੰਥਾਂ ਦੇ ਨਾਲ ਆਪਣੇ ਮਨ ਰੂਪੀ ਸ਼ੇਰ ਨੂੰ ਮਾਰ ਲਿਆ। ਅਸੀਂ ਇੱਕ ਜਾਨਵਰ ਜੰਗਲ ਵਿੱਚ ਰਹਿੰਦਾ ਹੈ, ਉਹਨੂੰ ਸ਼ੇਰ ਕਹਿੰਦੇ ਆ, ਬਲੀ ਕਹਿੰਦੇ ਆ। ਤੂੰ ਬੜਾ ਵੱਡਾ ਸ਼ੇਰ ਹੈ, ਤੂੰ ਕੀ ਆਪਣੇ ਆਪ ਨੂੰ ਬੱਬਰ ਸ਼ੇਰ ਸਮਝਦਾ? ਇੱਕ ਕਹਾਵਤ ਐਵੇਂ ਨਹੀਂ ਬਣੀਆਂ। ਇੱਦਾਂ ਦੇ ਜਿਹੜੇ ਮੁਹਾਵਰੇ ਬਣੇ ਨੇ ਐਵੇਂ ਨਹੀਂ ਬਣੇ। ਇਹ ਹਕੀਕਤ ਹੈ। ਤੁਸੀਂ ਵੇਖਿਆ ਵੀ ਜੰਗਲ ਦਾ ਬਾਦਸ਼ਾਹ ਕੀ ਹੁੰਦਾ ਹੈ? ਤੋ ਸ਼ੇਰ ਹੁੰਦਾ ਹੈ। ਹਜ਼ਾਰਾਂ ਜਾਤੀਆਂ ਦੇ ਜਾਨਵਰ ਜੰਗਲਾਂ ਵਿੱਚ ਰਹਿੰਦੇ ਨੇ, ਪਰ ਸਾਰੇ ਉਹਨੂੰ ਹੀ ਬਾਦਸ਼ਾਹ ਕਹਿੰਦੇ ਨੇ। ਇਸੇ ਤਰ੍ਹਾਂ ਮਨੁੱਖੀ ਸਰੀਰ ਵਿੱਚ ਮਨ ਵੀ ਇੱਕ ਸ਼ੇਰ ਹੈ। ਇਸ ਮਨ ਰੂਪੀ ਸ਼ੇਰ ਨੂੰ ਮਾਰਨ ਵਾਸਤੇ ਗੁਰਬਾਣੀ ਦੇ ਸ਼ਬਦ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ। ਇਹ ਜਿਹੜਾ ਅਸੀਂ ਸੁਣਦੇ ਹਾਂ ਵੀ ਸਾਧੂ ਨੰਗੇ ਰਹਿੰਦੇ ਨੇ, ਲੰਗੋਟੀਆਂ ਲਾਉਂਦੇ ਨੇ, ਪੁੱਠੇ ਲਟਕਦੇ ਨੇ, ਤਸੀਹੇ ਦਿੰਦੇ ਨੇ, ਕੋਈ ਸੂਰਦਾਸ ਵਰਗਾ ਆਪਣੇ ਅੱਖਾਂ ਵਿੱਚ ਗਰਮ ਸਰੀਏ ਪਾ ਲੈਂਦਾ। ਹੁਣ ਇਹ ਯਤਨ ਕੀ ਸੀ? ਯਤਨ ਇਹ ਸੀ ਵੀ ਮਾੜਾ ਨਾ ਵੇਖਿਆ ਜਾਏ। ਉਹ ਅੱਖਾਂ ਕੱਢ ਕੇ ਬਹਿ ਗਏ। ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਬੜੇ ਸਾਰੇ ਸਾਧਨਾ ਤਰੀਕੇ ਬਣਾਏ ਜਾਂਦੇ ਨੇ। ਇਹ ਨਹੀਂ ਖਾਣਾ ਜੀ, ਅਸੀਂ ਜੋ ਕੁਝ ਖਾਂਦੇ ਆ, ਕਈ ਸਾਧੂ ਮਹਾਤਮਾ ਕਹਿੰਦੇ ਜੀ ਅਸੀਂ ਤੇ ਜੜੀਆਂ ਬੂਟੀਆਂ ਖਾਂਦੇ ਆ। ਇਹੋ ਜਿਹੇ ਗੁਰੂ ਨਾਨਕ ਸਾਹਿਬ ਨੂੰ ਵੀ ਮਿਲੇ ਸੀ।
ਸਿੱਧ ਜੋਗੀ। ਪਰ ਸਤਿਗੁਰੂ ਨੇ ਉਹਨਾਂ ਦੀ ਰਹੁ ਰੀਤ ਨੂੰ ਪਰਵਾਨਿਆ ਨਹੀਂ ਸੀ ਆਖਿਆ ਸੀ, ਪੂੰਵਰ ਤਾਪ ਗੇਰੂ ਕੇ ਬਸਤਰਾ ਆਪਦਾ ਕਾ ਮਾਰਿਆ, ਗ੍ਰਹਿ ਤੇ ਨਸਤਾ ਪੰਚ ਚੰਡਾਲ ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਘਰ ਛੱਡੇ ਜੰਗਲਾਂ ਨੂੰ ਚਲੇ ਗਏ ਤਾਂ ਕੀ ਹੋਇਆ, ਕਾਮ ਕਰੋ ਤੇ ਨਾਲ ਹੀ ਲਈ ਫਿਰਦੇ ਨੇ ਉਹ। ਤੋ ਇੱਥੇ ਸਤਿਗੁਰੂ ਨੇ ਸਮਝਾਇਆ ਸੀ, ਸੂਰਮਾ ਉਹ ਹੈ ਜਿਹਨੇ ਮਨ ਰੂਪੀ ਸ਼ੇਰ ਮਾਰਿਆ, ਤੇ ਜਿਨ੍ਹਾਂ ਨੇ ਸ਼ੇਰ ਮਾਰ ਲਿਆ, ਜੇ ਮਾਰੇ ਤਿਨ ਨਿਕਸੇ ਨਾਮੋ, ਬੜੋ ਸ਼ਸਤਰ ਧਾਰੀ ਅਬਰਾਮੋ। ਅਸਲ ਵਿੱਚ ਬਹਾਦਰ ਉਹਨੂੰ ਹੀ ਮੰਨਿਆ ਜਾਏਗਾ ਜਿਹਨੇ ਮਨ ਰੂਪੀ ਸ਼ੇਰ ਮਾਰ ਲਿਆ। ਜਿਹਨੇ ਮਨ ਰੂਪੀ ਸ਼ੇਰ ਮਾਰਿਆ ਉਹਦੇ ਵਿੱਚੋਂ ਮੈਂ ਦੀ ਆਵਾਜ਼ ਮੁੱਕ ਜਾਏਗੀ, ਉਹਦੇ ਵਿੱਚੋਂ ਰੱਬ ਦੀ ਸਿਫਤ ਸਲਾਹ ਪੈਦਾ ਹੋਏਗੀ। ਜਿਹੜੀ ਮਹਾਂਪੁਰਖਾਂ ਦੀ ਬਾਣੀ ਹੈ ਇਹ ਸ਼ਸਤਰਾਂ ਵਰਗੀ ਹੈ। ਜਿਹੜੇ ਘੜਨ ਵਾਲੇ ਨੇ ਉਹ ਲੋਹਾਰਾਂ ਵਰਗੇ ਨੇ, ਜਿਹੜੇ ਪੜ੍ਹਨ ਵਾਲੇ ਨੇ ਟੀਕਾਕਾਰ ਨੇ ਉਹ ਪੰਡਤਾਂ ਵਰਗੇ ਨੇ ਭਾਈ। ਜਿਹੜੇ ਸਿਗਲੀਕਾਰ ਨੇ ਉਹ ਇਹਦੀ ਸਾਂਭ ਸੰਭਾਲ ਕਰਨ ਵਾਲੇ ਨੇ। ਹੁਣ ਇਹਦੀ ਅੱਗੇ ਅੱਗੇ ਸਤਿਗੁਰੂ ਨੇ ਅਵਸਥਾ ਦੱਸੀ ਹੈ। ਇੱਕ ਨੇ ਬਾਣੀ ਰਚੀ ਹੈ, ਇੱਕ ਨੇ ਪੜ੍ਹੀ ਹੈ, ਇੱਕ ਨੇ ਸੰਭਾਲੀ ਹੈ। ਪਰ ਉਹਨਾਂ ਚੋਂ ਉੱਤਮ ਕੌਣ ਹੈ? ਜਿਹਨੇ ਉਹਦੀ ਕਮਾਈ ਕੀਤੀ ਹੈ, ਜਿਹਨੂੰ ਲਾਭ ਹੋਇਆ ਹੈ। ਜਿਹਨੂੰ ਲਾਭ ਹੀ ਨਹੀਂ ਹੋਇਆ ਉਹਦਾ ਕੀ ਫਾਇਦਾ? ਹਾਂਜੀ। ਜਿਨ ਪੜ ਸੁਣ ਕੀਏ ਮਨ ਕਾ ਮਾਰਨ, ਸੇ ਜੋ ਦਾਹਣ ਤੇ ਹਥਿਆਰਨ। ਜਿਸ ਨੇ ਪੜ੍ਹਿਆ ਤੇ ਸੁਣਿਆ, ਜਿਸ ਨੇ ਇਹਦੀ ਕਮਾਈ ਕੀਤੀ, ਆਪਣੇ ਮਨ ਨੂੰ ਮਾਰ ਲਿਆ, ਅਸਲ ਵਿੱਚ ਉਹ ਯੋਧਾ ਹੈ। ਉਹਦੇ ਇਹ ਪੜ੍ਹੇ ਧਰਮ ਗ੍ਰੰਥ ਜਿਹੜੇ ਨੇ ਇਹ ਸਫਲੇ ਨੇ ਭਾਈ। ਹਾਂਜੀ। ਪੜੈ ਜੀਵ ਕਾ ਕਾਰਨ ਜੋ, ਵੇਚਣ ਹਾਰ ਸ਼ਸਤਰ ਸਮ ਸੋ। ਜਿਹੜੇ ਸਿਰਫ ਪੜ੍ਹਦੇ ਨੇ ਜੀਵਕਾ ਖਾਤਰ, ਵੀ ਕੀਰਤਨ ਕੀਤਾ ਭੇਟਾ ਲਈ, ਪਾਠ ਕੀਤਾ ਭੇਟਾ ਲਈ, ਕਥਾ ਕੀਤੀ ਭੇਟਾ ਲਈ, ਬਸ ਉਦੋਂ ਮੁੜ ਕੇ ਖਤਮ। ਐਸੇ ਮਨੁੱਖ ਉਹ ਨੇ ਜਿਹੜੇ ਸ਼ਸਤਰ ਵੇਚਦੇ ਨੇ। ਕਿ ਆਪਣੇ ਲਈ ਕੀਰਤਨ ਕੀਤਾ ਕਦੇ? ਇੱਥੇ ਇੱਕ ਕਰੋਲ ਬਾਗ ਪਰਿਵਾਰ ਹੈ। ਹਾਲਾਂਕਿ ਮੈਂ ਕੋਈ ਥੋੜੀ ਜਿਹੀ ਸੋਚ ਵੱਖਰੀ ਰੱਖਦਾ ਸੀ, ਪਰ ਉਹਨਾਂ ਨੇ ਮੈਨੂੰ ਇੱਕ ਬੜੇ ਮਹਿੰਗੇ ਰਾਗੀ ਬਾਰੇ, ਜਿਹੜਾ ਭਲੇ ਸਮੇਂ ਮੂੰਹ ਮੰਗ ਕੇ ਪੈਸੇ ਲੈਂਦਾ ਸੀ, ਜੇ ਉਹ ਕਹੀਏ ਵੀ ਉਹਨੇ ਫਰੀ ਕੀਰਤਨ ਕਦੇ ਕੀਤਾ ਹੀ ਨਹੀਂ। ਉਹ ਕਹਿੰਦੇ ਸਾਡੇ ਘਰ ਠਹਿਰਦੇ ਸੀ, ਇੱਕ ਦਿਨ ਕਹਿੰਦੇ ਮੈਂ ਸਵੇਰੇ ਕੀ ਵੇਖਿਆ, 4 ਵਜੇ ਉਹ ਆਪਣੇ ਕਮਰੇ 'ਚ ਆਸਾ ਦੀ ਵਾਰ ਗਾ ਰਹੇ ਨੇ, ਵਾਜਾ ਖੋਲ ਕੇ ਮੰਜੇ 'ਤੇ ਹੀ ਬੈਠੇ ਹੋਏ ਨੇ। ਸਿਆਲ ਦੇ ਦਿਨ ਸੀ, ਬੂਹੇ ਬੰਦ ਸੀ। ਮੈਂ ਕਿਹਾ ਅੰਦਰ ਪਤਾ ਨਹੀਂ ਕੌਣ ਗਾ ਰਿਹਾ। ਕਹਿੰਦੇ ਮੈਂ ਦਰਵਾਜ਼ਾ ਤੇ ਨਹੀਂ ਖੜਕਾਇਆ, ਪਰ ਦਿਨੇ ਫਿਰ ਮੈਂ ਪੁੱਛਿਆ ਜਦੋਂ ਨਾਸ਼ਤਾ ਕਰਨ ਲੱਗੇ, ਭਾਈ ਸਾਹਿਬ ਸਵੇਰੇ ਕੀ ਸੀ? ਕਹਿੰਦੇ ਸਵੇਰੇ ਆਸਾ ਦੀ ਵਾਰ ਲਾ ਰਹੇ ਸੀ। ਤੂੰ ਕਹਿੰਦੇ ਵੀ ਤੁਸੀਂ ਤੇ ਲੇਟ ਆਏ, ਭਾਵੇਂ ਲੇਟ ਉੱਠ ਲੈਂਦੇ। ਤੇ ਕਹਿੰਦੇ ਪੁੱਤਰ ਜੇ ਅਸੀਂ ਰੋਜ਼ ਨਹੀਂ ਪੜਾਂਗੇ ਤੇ ਫਿਰ ਇਹ ਸਾਨੂੰ ਭੁੱਲ ਵੀ ਜਾਏਗੀ। ਇਸ ਕਰਕੇ ਕਦੇ ਅਸੀਂ ਲੋਕਾਂ ਲਈ ਵੀ ਪੜ੍ਹਦੇ ਹਾਂ, ਫਿਰ ਰੋਜ਼ ਅਸੀਂ ਆਪਣੇ ਲਈ ਵੀ ਪੜ੍ਹਦੇ ਹਾਂ। ਉਹ ਕਹਿੰਦੇ ਜੀ ਮੇਰੇ ਮਨ 'ਚ ਤਾਂ ਇੱਜ਼ਤ ਬਹੁਤ ਵਧੀ। ਮੈਂ ਕਿਹਾ ਜੀ ਹੁਣ ਤੁਸੀਂ ਇੱਥੇ ਹੀ ਰਹਿਣਾ ਹੈ, ਜਦੋਂ ਦਿੱਲੀ ਆਓ ਸਾਡੇ ਘਰ ਹੀ ਠਹਿਰੋ। ਤੋ ਜਿਹੜਾ ਵਿਅਕਤੀ ਸਿਰਫ ਲੋਕਾਂ ਵਾਸਤੇ ਕਰਦਾ ਹੈ, ਪੜੇ ਜੀਵ ਕਾ ਕਾਰਨ ਜੋ ਵੇਚਨ ਹਾਰ ਸ਼ਸਤਰ ਸਮਸੋ, ਇਹ ਤਾਂ ਮੰਨੋ ਕਿ ਉਹਨੇ ਧਰਮ ਗ੍ਰੰਥ ਵੇਚ ਦਿੱਤੇ ਨੇ ਭਾਈ।
ਉਹਦੀ ਕਮਾਈ ਨਹੀਂ ਕੀਤੀ। ਹਾਂਜੀ, ਸ਼ੇਰ ਰੂਪ ਮਨ ਜਿਸਨੇ ਮਾਰਾ, ਬਿਥਰੇ ਨਾਮ ਤਾਹੇ ਦਿਸ਼ ਚਾਰਾ। ਚਾਰਾਂ ਦਿਸ਼ਾਵਾਂ ਵਿੱਚ ਸ਼ੋਭਾ ਉਹਦੀ ਹੈ ਜਿਹਨੇ ਮਨ ਮਾਰਿਆ ਹੈ, ਜਿਹਨੇ ਆਪਣਾ ਮਨ ਜਿੱਤਿਆ ਹੈ, ਜਿਹਨੇ ਆਪਣੀਆਂ ਕਾਂਖਾਂ ਜਿਹੜੀਆਂ ਨੇ, ਜਿਸਨੇ ਆਪਣੀਆਂ ਇਸ਼ਾਵਾਂ ਤੇ ਕਾਬੂ ਕੀਤਾ, ਕੰਟਰੋਲ ਕੀਤਾ ਹੈ। ਹਾਂਜੀ, ਸ਼ਸਤਰ ਧਾਰ ਕਹਿਵਾਵਤ ਸੋਊ, ਪੂਰੇ ਨਾਮ ਅਪਰ ਸਭ ਸੋਊ। ਐਸਾ ਵਿਅਕਤੀ ਅਸਲ ਵਿੱਚ ਸ਼ਸਤਰਧਾਰੀ ਹੈ, ਉਹ ਸੂਰਮਾ ਹੈ, ਉਹ ਬਹਾਦਰ ਹੈ। ਹੁਣ 3 ਰੂਪ ਗੁਰਬਾਣੀ ਦੇ ਵਿੱਚ ਸੂਰਮੇ ਦੇ ਲਿਖੇ ਨੇ। ਇੱਕ ਰੂਪ ਤਾਂ ਅਸੀਂ ਰੋਜ਼ ਹੀ ਸੁਣਦੇ ਹਾਂ ਕਿ ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨ ਛਾੜੇ ਖੇਤ। ਹੁਣ ਉਹਦੇ 'ਚ ਗੱਤਕੇ ਵਾਲੇ ਨਹੀਂ ਆਉਂਦੇ। ਇਹ ਅਸਲ ਸੂਰਮੇ ਦੀ ਗੱਲ ਹੈ। ਦੂਸਰਾ ਹੈ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਕਰਨ ਮਾਰਿਆ, ਉਹ ਵੀ ਸੂਰਮਾ ਹੈ। ਜਿਹੜਾ ਬਾਹਰ ਤੇ ਜਾ ਕੇ ਦੁਸ਼ਮਣਾਂ ਨਾਲ ਨਹੀਂ ਲੜਿਆ, ਪਰ ਉਹਨੇ ਆਪਣੇ ਅੰਦਰੋਂ ਆਪਣਾ ਹੰਕਾਰ ਖਤਮ ਕਰ ਦਿੱਤਾ। ਤੀਸਰਾ ਸੂਰਮਾ ਗੁਰਬਾਣੀ ਕਹਿੰਦੀ ਹੈ ਕਿ ਸੂਰਾ ਜਾਂ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਪਰ ਉਹ ਪੂਰੇ ਗੁਰੂ ਤੋਂ ਬਿਨਾ ਹੋ ਨਹੀਂ ਸਕਦਾ। ਪੂਰੇ ਗੁਰੂ ਤੋਂ ਬਿਨਾ ਆਪਣੇ ਆਪ ਨੂੰ ਜਿੱਤਿਆ ਨਹੀਂ ਜਾ ਸਕਦਾ। ਆਪਣੇ ਆਪ ਨੂੰ ਜਿੱਤਣ ਤੋਂ ਬਿਨਾ ਦੁਨੀਆ ਤੁਹਾਡੇ ਵੱਸ ਵਿੱਚ ਨਹੀਂ ਆ ਸਕਦੀ। ਹਾਂਜੀ, ਇਸ ਪ੍ਰਕਾਰ ਸੁਨ ਕਰ ਬਚ ਰਾਸੀ, ਬੋਲੇ ਬਹੁਰ ਕੁਸ਼ਲ ਜੇ ਕਾਂਛੀ। ਇਸ ਤਰ੍ਹਾਂ ਦੇ ਬਚਨ ਸਤ ਜਿਹੜੇ ਪੰਡਤ ਸੀ ਕਾਂਛੀ ਦੇ, ਉਹਨਾਂ ਨੇ ਸੁਣੇ। ਫਿਰ ਸਤਿਗੁਰੂ ਪੁੱਛਦੇ ਨੇ ਵੀ ਚਲੋ ਤੁਸੀਂ ਸੁਣਾਓ, ਤੁਹਾਡੀ ਕਾਂਛੀ ਦਾ ਕੀ ਹਾਲ ਹੈ, ਤੁਹਾਡੀ ਇਸ ਧਾਰਮਿਕ ਨਗਰੀ ਦਾ, ਤੁਹਾਡੀ ਇਸ ਪੁਰੀ ਦਾ ਕੀ ਹਾਲ ਹੈ ਭਾਈ। ਹਾਂਜੀ, ਇਹ ਸ਼ਿਵਪੁਰ ਮੈਂ ਜੋ ਮ੍ਰਿਤ ਪਾਵਤ, ਮੁਕਤ ਹੋਤ ਸਭ ਦੁਖ ਮਿਟਾਵਤ। ਅੱਗੋਂ ਪੰਡਤ ਕਹਿਣ ਲੱਗੇ ਜੀ ਇਹ ਬੜੀ ਭਾਗਾਂ ਵਾਲੀ, ਬੜੀ ਮਹਿਮਾ ਵਾਲੀ ਨਗਰੀ ਹੈ। ਇਸ ਕਾਂਛੀ ਵਿੱਚ ਕੋਈ ਵੀ ਵਿਅਕਤੀ ਜਦੋਂ ਆ ਕੇ ਮਰਦਾ ਹੈ, ਉਹਨੂੰ ਮੁਕਤੀ ਹਾਸਲ ਹੁੰਦੀ ਹੈ, ਉਹ ਮੋਕਸ਼ ਨੂੰ ਪ੍ਰਾਪਤ ਕਰਦਾ ਹੈ। ਹਾਂਜੀ, ਸ਼ਾਸਤਰ ਬਿਖੇ ਮਹਾਤਮ ਕਹਾ, ਮ੍ਰਿਤ ਹੋਏ ਜਾਵੇ ਸ਼ਿਵ ਜਹਾਂ। ਇਹ ਗੱਲ ਸ਼ਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਵਿਅਕਤੀ ਸ਼ਿਵਪੁਰੀ ਜਾ ਕੇ ਮਰੇਗਾ, ਉਹਦੀ ਮੁਕਤੀ ਹੋਏਗੀ। ਕਾਸ਼ੀ ਨੂੰ ਸ਼ਿਵਪੁਰੀ ਵੀ ਕਹਿੰਦੇ ਨੇ। 9 ਪਵਿੱਤਰ ਪੁਰੀਆਂ ਚੋਂ ਇੱਕ ਸ਼ਹਿਰ ਵੀ ਇਹਨੂੰ ਕਹਿੰਦੇ ਨੇ। ਉਹ ਕਹਿੰਦੇ ਜੀ ਇਹ ਗੱਲ ਧਰਮ ਗ੍ਰੰਥਾਂ ਵਿੱਚ ਵੀ ਲਿਖੀ ਹੋਈ ਹੈ। ਹਾਂਜੀ, ਜਹਾਂ ਤੇ ਮਹਿਮਾ ਇਹ ਥਲ ਕੇਰੀ, ਸਭ ਹਿਨ ਤੇ ਊਤਮ ਹਮ ਹੇਰੀ। ਪੰਡਤ ਕਹਿਣ ਲੱਗੇ ਜੀ ਸਾਰੇ ਤੀਰਥਾਂ ਤੋਂ ਵੱਡਾ ਤੀਰਥ ਇਹੋ ਹੀ ਹੈ, ਜਿੱਥੇ ਕੋਈ ਆ ਕੇ ਵਿਅਕਤੀ ਮਰੇ ਉਹਨੂੰ ਮੁਕਤੀ ਜ਼ਰੂਰ ਮਿਲਦੀ ਹੈ, ਉਹਦਾ ਆਵਾਗਮਨ ਖਤਮ ਹੁੰਦਾ ਹੈ, ਉਹਦੇ 84 ਲੱਖ ਜੂਨਾਂ ਦੇ ਗੇੜ ਖਤਮ ਹੁੰਦੇ ਨੇ। ਜਗ ਗੁਰ ਬੋਲੇ ਬਚਨ ਪੁਨ, ਮ੍ਰਿਤ ਸਮਾ ਜਬ ਆਏ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਨਹੀਂ ਭਾਈ, ਇਸ ਤਰ੍ਹਾਂ ਨਹੀਂ ਹੈ। ਅਸਲ ਗੱਲ ਇਹ ਹੈ ਕਿ ਜਦੋਂ ਮ੍ਰਿਤੂ ਆਉਂਦੀ ਹੈ, ਮੌਤ ਆਉਂਦੀ ਹੈ, ਜਦੋਂ ਅੰਤ ਵਕਤ ਕਿਸੇ ਵਿਅਕਤੀ ਦਾ ਆਉਂਦਾ ਹੈ, ਹਾਂਜੀ, ਰਾਮ ਨਾਮ ਉਪਦੇਸ਼ ਸ਼ਰਤ, ਦੇਤ ਪਿਨਾ ਕੀ ਗਾਏ। ਉਸ ਵਕਤ ਜਦ ਜਿਹੜਾ ਵਿਅਕਤੀ ਰਾਮ ਦੇ ਨਾਮ ਦਾ ਉਪਦੇਸ਼ ਯਾਦ ਕਰਦਾ ਹੈ, ਜਿਹੜਾ ਉਸ ਪਰਮਾਤਮਾ ਨੂੰ ਸਿਮਰਦਾ ਹੈ, ਉਹਨੂੰ ਮੁਕਤੀ ਮਿਲ ਜਾਂਦੀ ਹੈ।
ਭਾਵ ਜਦੋਂ ਨਗਰੀ ਸ਼ਿਵ ਜੀ ਦੀ ਹੈ ਤੇ ਇੱਥੇ ਆ ਕੇ ਬੰਦੇ ਦਾ ਹੋਰ ਕੋਈ ਗੱਲ ਕਰਨ ਦਾ ਤੇ ਮਤਲਬ ਨਹੀਂ ਬਣਦਾ। ਤੇ ਜਿਹੜਾ ਵਿਅਕਤੀ ਰੱਬ ਨੂੰ ਯਾਦ ਕਰੇ ਉਹ ਮੁਕਤੀ ਦਾ, ਮੋਕਸ਼ ਦਾ ਅਧਿਕਾਰੀ ਬਣ ਸਕਦਾ ਹੈ। ਹਾਂਜੀ। ਜਾਂ ਤੇ ਮੁਖ ਹੋਤ ਇਹ ਥਾਈ, ਲਖੋ ਨਾਮ ਮਹਿਮਾ ਅਦਕਾਈ। ਸਤਿਗੁਰੂ ਕਹਿਣ ਲੱਗੇ ਫਿਰ ਇਹਦੇ ਵਿੱਚ ਨਗਰੀ ਦੀ ਮਹਿਮਾ ਨਹੀਂ, ਮਹਿਮਾ ਤੇ ਇਸ ਨਗਰੀ ਦੇ ਵਿੱਚ ਬੈਠ ਕੇ ਜਿਹੜਾ ਲੋਕ ਨਾਮ ਸਿਮਰਦੇ ਨੇ ਉਹਦੀ ਹੈ। ਮੁਕਤੀ ਤੇ ਨਾਮ ਕਰਕੇ ਹੈ, ਨਗਰੀ ਕਰਕੇ ਨਹੀਂ ਹੈ। ਧਰਤੀ ਦੀ ਜਿਹੜੀ ਵਡਿਆਈ ਹੈ ਉਹ ਤਦੇ ਹੀ ਹੈ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਭਾਂਡਾ ਮਿੱਟੀ ਦਾ ਹੈ, ਹੁਣ ਉਸ ਭਾਂਡੇ 'ਚ ਪਾਣੀ ਪਾ ਦਿਓ ਉਹਦੀ ਕੀਮਤ ਘਟ ਜਾਏਗੀ, ਦੁੱਧ ਪਾ ਦਿਓ ਵੱਧ ਜਾਏਗੀ, ਉਹਦੇ 'ਚ ਘਿਓ ਰੱਖ ਦਿਓ, ਉਹ ਮਾਈਆਂ ਵੀ ਫਿਰ ਉਹਨੂੰ ਸੰਭਾਲ ਕੇ ਰੱਖਦੀਆਂ ਨੇ। ਕਹਿੰਦੇ ਪੁੱਤਰ ਇਹਨੂੰ ਅੰਦਰ ਆਲੇ ਵਿੱਚ ਬੰਦ ਕਰੋ, ਕੁੰਡੀ ਲਾਓ ਇਹਦੇ ਅੱਗੇ। ਪੁੱਛੋ ਵੀ ਭਾਂਡਾ ਤੇ ਉਹੋ ਜਿਹਾ ਹੀ ਹੈ, ਜਿਹੋ ਜਿਹੇ ਭਾਂਡੇ ਵਿੱਚ ਪਾਣੀ ਇਹੋ ਜਿਹੇ ਭਾਂਡੇ ਵਿੱਚ ਦੁੱਧ ਵੀ ਹੈ। ਹੁਣ ਜਿਹੜੀ ਉਹਦੇ ਵਿੱਚ ਵਸਤੂ ਪਈ ਕੀਮਤ ਉਹਦੀ ਹੈ। ਹੁਣ ਉਸ ਤੋਂ ਵੀ ਅੱਗੇ ਪੁਰਾਣੇ ਜ਼ਮਾਨੇ 'ਚ ਲੋਕ ਇਹਨਾਂ ਭਾਂਡਿਆਂ 'ਚ ਹੀ ਰੁਪਈਏ ਪਾ ਕੇ, ਸੋਨਾ ਪਾ ਕੇ ਨੱਪ ਦਿੰਦੇ ਸੀ। ਉਹ ਭਾਂਡਾ ਹੋਰ ਕੀਮਤੀ ਹੋ ਜਾਂਦਾ ਸੀਗਾ। ਸਤਿਗੁਰੂ ਕਹਿਣ ਲੱਗੇ ਗੱਲ ਧਰਤੀ ਦੀ ਨਹੀਂ ਹੈ, ਗੱਲ ਧਰਤੀ ਤੇ ਬਹਿ ਕੇ ਜਪੇ ਜਾਣ ਵਾਲੇ ਨਾਮ ਦੀ ਹੈ। ਇਸ ਕਰਕੇ ਭਾਈ ਨਾਮ ਦੀ ਮਹਿਮਾ ਦ੍ਰਿੜ ਕਰੋ। ਇਹ ਨਾ ਕਹੀ ਜਾਓ ਕਿ ਕੋਈ ਵਿਅਕਤੀ ਜੋ ਮਰਜ਼ੀ ਕਰੇ ਤੇ ਮੁੜ ਕੇ ਕਾਂਸ਼ੀ ਆ ਜਾਏ ਤੇ ਮੁਕਤੀ ਮਿਲ ਜਾਏਗੀ। ਉੱਥੇ ਦੋ ਚੀਜ਼ਾਂ ਹੋਰ ਵੀ ਮੰਨੀਆਂ ਗਈਆਂ ਨੇ। ਇੱਕ ਉੱਥੇ ਆਰਾ ਰੱਖਿਆ ਕਿ ਕੋਈ ਆਰੇ ਨਾਲ ਚਰਵਾ ਲੇਗਾ ਤਾਂ ਮੁਕਤੀ ਹੋ ਜਾਏਗੀ। ਇੱਕ ਉੱਥੇ ਦਰਖਤ ਹੈ, ਕੋਈ ਉਹਦੇ ਤੋਂ ਛਾਲ ਮਾਰ ਦੇਗਾ ਤੇ ਉਹਦੀ ਮੁਕਤੀ ਹੋ ਜਾਏਗੀ। ਪਰ ਸਤਿਗੁਰੂ ਨੇ ਇਸ ਮਨੌਤ ਨੂੰ ਸਮਝਾਇਆ ਕਿ ਇਸ ਮਨੌਤ ਦੇ ਪਿੱਛੇ ਗੱਲ ਸਿਰਫ ਇੰਨੀ ਹੈ ਕਿ RAM ਨਾਮ ਉਪਦੇਸ਼ ਸੁਰਤ ਦੇਤ ਪਨਾਕੀ ਗਾਏ। ਜਿਹੜਾ ਪ੍ਰਮਾਤਮਾ ਦੇ RAM ਦੇ ਨਾਮ ਦਾ ਉਪਦੇਸ਼ ਕਮਾਵੇਗਾ, ਇਸ ਨਗਰੀ ਵਿੱਚ ਬਹਿ ਕੇ ਉਹ ਮੁਕਤੀ ਨੂੰ ਹਾਸਲ ਕਰੇਗਾ ਭਾਈ। ਇਸ ਕਰਕੇ ਮਹਿਮਾ RAM ਦੇ ਨਾਮ ਦੀ ਹੈ, ਪ੍ਰਮਾਤਮਾ ਦੇ ਨਾਮ ਦੀ ਹੈ। ਹਾਂਜੀ। ਕਿਤੈ ਦੇਸ਼ ਹੋਵੈ ਥਲ ਕੋਈ, ਨਾਮ ਹਿਰਦੇ ਗਤ ਪ੍ਰਾਪਤ ਹੋਈ। ਸਤਿਗੁਰੂ ਕਹਿਣ ਲੱਗੇ ਸਵਾਲ ਇਹ ਨਹੀਂ ਦੇਸ਼ ਕਿਹੜਾ ਹੈ, ਸਵਾਲ ਇਹ ਨਹੀਂ ਕਿ ਧਰਤੀ ਕਿਹੜੀ ਹੈ। ਜਿੱਥੇ ਵੀ ਬੈਠ ਕੇ ਲੋਕ ਨਾਮ ਜਪਣਗੇ ਉੱਥੇ ਮੁਕਤੀ ਹਾਸਲ ਹੋ ਜਾਏਗੀ। ਭਾਵ ਮੁਕਤੀ ਧਰਤੀ ਤੋਂ ਨਹੀਂ ਹੈ, ਮੁਕਤੀ ਪਰਮਾਤਮਾ ਦੇ ਨਾਮ ਤੋਂ ਹੈ। ਇਹ ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ। ਹਾਂਜੀ। ਜਿਉ ਕਬੀਰ ਕਾਂਸ਼ੀ ਥਲ ਤਿਆਗਾ, ਮਗ ਮਹਿ ਬਸਾ ਨਾਮ ਅਨਰਾਗਾ। ਫਿਰ ਸਤਿਗੁਰੂ ਨੇ ਪੁੱਛਿਆ ਉਹਨਾਂ ਨੂੰ ਕਿ ਕਬੀਰ ਇੱਥੇ ਰਹਿੰਦੇ ਸੀ? ਹਾਂ ਹਾਂ ਜੀ ਇੱਥੇ ਰਹਿੰਦੇ ਸੀ। ਤੇ ਸਤਿਗੁਰੂ ਕਹਿਣ ਲੱਗੇ ਫਿਰ ਜਦੋਂ ਅੰਤ ਵੇਲਾ ਆਇਆ ਤੇ ਕਬੀਰ ਜੀ ਨੇ ਬਨਾਰਸ ਕਿਉਂ ਛੱਡਿਆ, ਕਾਸ਼ੀ ਕਿਉਂ ਛੱਡੀ? ਉਹ ਮਗਹਰ ਕਿਉਂ ਗਏ? ਮਗ ਮੈਂ ਬਸਾ ਨਾਮ ਅਨੁਰਾਗਾ। ਸਾਰੀ ਉਮਰ, ਇਹ ਗੱਲ ਬਿਲਕੁਲ ਠੀਕ ਹੈ, ਸਾਰੀ ਉਮਰ ਕਬੀਰ ਜੀ ਕਾਸ਼ੀ ਵਿੱਚ ਰਹੇ ਤੇ ਮਰਤੀ ਬਾਰ ਮਗਹਰ ਚੱਲ ਆਇਆ ਤੇ ਕਾਸ਼ੀ ਮਗਹਰ ਸੰਵਿਚਾਰੀ। ਆ ਕੇ ਕਬੀਰ ਜੀ ਨੇ ਕਿਹਾ, ਕਹਿੰਦੇ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਵੀ ਮਗਹਰ ਮਾੜਾ ਹੈ ਜੀ, ਕਾਸ਼ੀ ਚੰਗੀ ਹੈ ਜੀ। ਮਨੌਤ ਇਹ ਹੈ ਕਿ ਜਿਹੜਾ ਮਗਹਰ ਵਿੱਚ ਮਰੇਗਾ ਉਹਨੂੰ ਖੋਤੇ ਦੀ ਜੂਨੀ ਹਾਸਲ ਹੋਵੇਗੀ, ਜਿਹੜਾ ਕਾਸ਼ੀ ਵਿੱਚ ਮਰੇਗਾ ਉਹਨੂੰ ਮੁਕਤੀ ਹਾਸਲ ਹੋਏਗੀ। ਫਿਰ ਉੱਥੇ ਸਤਿਗੁਰੂ ਕਹਿੰਦੇ ਵੀ ਭਗਤ ਕਬੀਰ ਜੀ ਨੇ ਇਦਾਂ ਕਿਉਂ ਕੀਤਾ ਬਈ? ਉੱਥੇ ਕਾਸ਼ੀ ਛੱਡ ਕੇ ਚਲੇ ਗਏ ਸੀ। ਜਦੋਂ ਮੌਤ ਆਉਣ ਲੱਗੀ ਉਹਨਾਂ ਦੀ, ਉਹਨਾਂ ਨੇ ਆਪਣੇ ਪ੍ਰਾਣ ਜਿਹੜੇ, ਉਹਨਾਂ ਦਾ ਦਿਉਰਾ ਜਿਹੜਾ ਹੈ ਉਹ ਮਗਹਰ ਵਿੱਚ ਹੈ। ਹਾਂਜੀ। ਸਤ ਸੰਗਤ ਹਵੈ ਰਹੀ ਤਹਾਹੀ,
ਭਏ ਮੂਖ ਤਜ ਦੇਹ ਉਹਾਹੀ। ਉਹਨਾਂ ਨੇ ਆਪਣਾ ਸਰੀਰ ਉੱਥੇ ਤਿਆਗਿਆ, ਉੱਥੇ ਹੀ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ। ਕਿਉਂਕਿ ਉਹ ਜਿੱਥੇ ਗਏ ਉਹਨਾਂ ਨੇ ਉੱਥੇ ਜਾ ਕੇ ਸੰਗਤ ਇਕੱਠੀ ਕਰ ਲਈ। ਗੁਰੂ ਦੀ ਵਡਿਆਈ ਇਹ ਹੈ ਕਿ ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਹਾਂਜੀ, ਜਾਨੋ ਏਕ ਮੂਖ ਕੋ ਦਾਤਾ, ਸਤ ਨਾਮ ਸਭ ਜਗ ਬਖਿਆਤਾ। ਸਤਿਗੁਰੂ ਕਹਿਣ ਲੱਗੇ ਮੁਕਤੀ ਦਾ ਦਾਤਾ ਇੱਕੋ ਵਾਹਿਗੁਰੂ ਹੈ, ਸਤਨਾਮ ਹੈ, ਔਰ ਪੂਰੇ ਸੰਸਾਰ ਵਿੱਚ ਹੈ। ਹੁਣ ਜੇ ਆਪਾਂ ਮੰਨ ਲਈਏ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ, ਤੇ ਵੇਖੋ ਅਗਰ ਸਾਰੀਆਂ ਟ੍ਰੇਨਾਂ ਸ਼ੁਰੂ ਕਰ ਦਈਏ, ਆਪਾਂ ਫਲਾਈਟਾਂ ਸ਼ੁਰੂ ਕਰ ਦਈਏ ਪੂਰੇ ਵਰਲਡ ਦੇ ਵਿੱਚੋਂ, ਵੀ ਕਾਸ਼ੀ ਵਿੱਚ ਜਾ ਕੇ ਮਰਨਾ ਹੈ ਜੀ, ਕੀ ਪੋਸੀਬਲ ਹੈ? ਕਈ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਅਸੀਂ ਖੁਦ ਹੀ ਵਧਾ ਚੜਾ ਕੇ ਇਦਾਂ ਕਹਿ ਲੈਂਦੇ ਆ ਕਿ ਉਹਨੂੰ ਮੁੜ ਕੇ ਜੇ ਕਿਸੇ ਨੇ ਵਿਗਿਆਨਕ ਢੰਗ ਨਾਲ ਕੀਤਾ ਤੇ ਫਿਰ ਸਾਡੇ ਪੱਲੇ ਕੁਝ ਨਹੀਂ ਬਚਣਾ। ਫਿਰ ਅਸੀਂ ਕਹਿਣਾ ਨਹੀਂ ਜੀ ਵਿਗਿਆਨੀ ਤੇ ਤਰਕਵਾਦੀ ਹੁੰਦੇ ਨੇ। ਨਹੀਂ, ਤਰਕਵਾਦੀ ਨੂੰ ਮੌਕਾ ਹੀ ਕਿਉਂ ਦਿੰਦੇ ਹੋ ਤੁਸੀਂ? ਤਰਕ ਸਾਡੇ ਗੁਰੂਆਂ ਤੋਂ ਵੱਧ ਕਿੰਨੇ ਤਰਕ ਕਰਨਾ ਹੈ? ਉਹਨਾਂ ਨੇ ਜੋਗੀਆਂ ਦੀ ਸਵਾਹ ਤੇ ਵੀ ਤਰਕ ਕੀਤਾ, ਲੰਗੋਟੀ ਤੇ ਵੀ ਤਰਕ ਕੀਤਾ, ਸਿੰਘੀ ਤੇ ਵੀ ਤਰਕ ਕੀਤਾ, ਉਹਨਾਂ ਦੇ ਹੱਥ ਵਾਲੇ ਡੰਡੇ ਤੇ ਵੀ ਤਰਕ ਕੀਤਾ, ਜਿਹੜੀ ਉਹ ਖਿੰਤਾ ਪਾਉਂਦੇ ਉਹਦੇ ਤੇ ਵੀ ਤਰਕ ਕੀਤਾ, ਜਿਹੜਾ ਹੱਥ 'ਚ ਖੱਪਰ ਫੜਦੇ ਨੇ ਗੁਰੂ ਜੀ ਨੇ ਤੇ ਉਹਦੇ ਤੇ ਵੀ ਤਰਕ ਕੀਤਾ। ਵੀ ਇਹ ਕੀ ਬਈ, ਇੱਦਾਂ ਕਿਉਂ ਹੈ? ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਕਾਸ਼ੀ 'ਚ ਮੁਕਤੀ ਨਹੀਂ ਹੋਏਗੀ। ਸਤਿਗੁਰੂ ਕਹਿੰਦੇ ਹੁੰਦੀ ਹੈ, ਪਰ ਹੁੰਦੀ ਰਾਮ ਦੇ ਨਾਮ ਕਰਕੇ ਹੈ, ਧਰਤੀ ਕਰਕੇ ਨਹੀਂ ਹੈ। ਜੇ ਧਰਤੀ ਕਰਕੇ ਹੁੰਦੀ ਤੇ ਕਬੀਰ ਜੀ ਮਗਹਰ ਕਿਉਂ ਜਾਂਦੇ ਬਈ? ਫਿਰ ਕਬੀਰ ਜੀ ਨੂੰ ਉੱਥੇ ਜਾਣ ਦੀ ਕੀ ਲੋੜ ਸੀਗੀ? ਸਾਰੀ ਉਮਰ ਕਬੀਰ ਜੀ ਕਾਸ਼ੀ ਬਨਾਰਸ ਵਿੱਚ ਰਹੇ, ਜਦੋਂ ਮੌਤ ਦਾ ਵਕਤ ਆਇਆ ਤੇ ਮਗਹਰ ਚਲੇ ਗਏ। ਅੱਜ ਵੀ ਉਹਨਾਂ ਦਾ ਦਿਉਰਾ ਉੱਥੇ ਹੈ। ਹਾਂਜੀ, ਔਰ ਕਿਸੂ ਤੇ ਮੋਖ ਨਾ ਹੋਈ, ਕੋਟ ਅਪਾਓ ਕਰੇ ਜੇ ਕੋਈ। ਇਸ ਕਰਕੇ ਭਾਈ ਇਹਨੂੰ ਦ੍ਰਿੜ ਕਰ ਲਓ, ਜਨਮ ਦੇਣ ਵਾਲਾ ਤੇ ਮੌਤ ਦੇਣ ਵਾਲਾ ਇੱਕੋ ਹੀ ਰੱਬ ਹੈ। ਉਹੀ ਗੋਰਿਆਂ ਦਾ ਹੈ, ਉਹੀ ਕਾਲਿਆਂ ਦਾ ਹੈ, ਉਹੀ ਸਭ ਦਾ ਹੈ। ਹਿੰਦੂਆਂ ਦਾ ਵੀ ਉਹੀ ਹੈ, ਮੁਸਲਮਾਨਾਂ ਦਾ ਵੀ ਉਹੀ ਹੈ। ਦੇਖੋ, ਸਭ ਤੋਂ ਵੱਡੀ ਗਲਤੀ ਅਰੇ ਜਿੱਥੇ ਅਸੀਂ ਖਲੋਤੇ ਹਾਂ, ਸਾਡੇ ਲਈ ਮੁਸਲਮਾਨਾਂ ਦਾ ਅੱਲਾ ਹੋਰ ਹੈ, ਹਿੰਦੂਆਂ ਦਾ ਰਾਮ ਹੋਰ ਹੈ, ਸਿੱਖਾਂ ਦਾ ਵਾਹਿਗੁਰੂ ਹੋਰ ਹੈ, ਕ੍ਰਿਸਚਨਾਂ ਦਾ ਗੋਡ ਹੋਰ ਹੈ। ਇੱਕ ਬੰਨੇ ਅਸੀਂ ਕਹਿੰਦੇ ਜੀ ਰੱਬ ਇੱਕ ਹੈ, ਰੱਬ ਇੱਕ ਹੈ, ਚਾਰ ਤੇ ਤੂੰ ਖੁਦ ਮੰਨ ਲੈ, ਇਹ ਕਿੱਦਾਂ ਰਹਿ ਗਿਆ? ਜੇ ਇੱਕ ਮੰਨੇ ਤੇ ਫਿਰ ਤੈਨੂੰ ਇਹ ਮੰਨਣਾ ਪੈਣਾ ਵੀ ਮੁਸਲਮਾਨਾਂ ਦਾ ਵੀ ਉਹੀ ਹੈ। ਹੁਣ ਉਹ ਸਾਨੂੰ ਹਜਮ ਨਹੀਂ ਹੋਏਗਾ। ਹੁਣ ਅੱਜ ਜਿਹੜਾ ਦੁਨੀਆ ਦੇ ਵਿੱਚ ਵਿਤਕਰਾ ਹੈ, ਭਾਵੇਂ ਲੜਾਈ ਈਸਾਈਅਤ ਦੀ, ਇਸਲਾਮ ਦੀ ਹੋਵੇ, ਭਾਵੇਂ ਇੰਡੀਆ ਦੇ ਵਿੱਚ ਵੇਖ ਲਓ ਤੁਸੀਂ, ਰੋਜ਼ ਦੰਗੇ ਫਸਾਦ ਕਈ ਕੁਛ ਹੋਈ ਜਾਂਦਾ ਹੈ। ਪਰ ਸੱਚ ਇਹ ਹੈ ਕਿ ਜਿਨ੍ਹਾਂ ਦਾ ਅੱਲਾ ਆਪਣਾ ਹੈ ਉਹਨਾਂ ਦਾ ਰਾਮ ਬਗਾਨਾ ਹੈ, ਜਿਨ੍ਹਾਂ ਦਾ ਰਾਮ ਆਪਣਾ ਹੈ ਉਹਨਾਂ ਦਾ ਅੱਲਾ ਬਗਾਨਾ ਹੈ। ਭਾਈ ਜਦ ਅਸੀਂ ਖੁਦ ਕਹੀਏ ਵੀ ਨਹੀਂ ਦੁਨੀਆ 'ਚ 5-6 ਰੱਬ ਨੇ, ਗੋਰਿਆਂ ਦਾ ਹੋਰ ਹੈ, ਕਾਲਿਆਂ ਦਾ ਹੋਰ ਹੈ, ਮੁਸਲਮਾਨਾਂ ਦਾ ਹੋਰ ਹੈ, ਤੇ ਈਸਾਈਆਂ ਦਾ ਹੋਰ ਹੈ, ਹਿੰਦੂਆਂ ਦਾ ਹੋਰ ਹੈ, ਸਿੱਖਾਂ ਦਾ ਹੋਰ ਹੈ। ਤੇ ਜੇ ਆਪਾਂ ਕਹੀ ਨਹੀਂ ਹੈ ਰੱਬ ਤਾਂ ਇੱਕੋ ਹੀ ਹੈ, ਜੇ ਇੱਕ ਰੱਬ ਹੈ ਤੇ ਫਿਰ ਮੰਨ ਲਓ ਹਿੰਦੂ ਵੀ ਉਹਦੇ ਨੇ, ਮੁਸਲਮਾਨ ਵੀ ਉਹਦੇ ਨੇ, ਗੋਰੇ ਵੀ ਉਹਦੇ ਹੀ ਨੇ, ਚੰਗੇ ਵੀ ਉਹਦੇ ਨੇ, ਮਾੜੇ ਵੀ ਉਹਦੇ ਹੀ ਨੇ। ਚੰਗਿਆਂ ਮਾੜਿਆਂ ਸਾਰਿਆਂ ਦਾ ਰੱਬ ਇੱਕੋ ਹੀ ਹੈ। ਇੱਕ ਹੀ ਰੱਬ ਦੇ ਬੰਦੇ ਨੇ, ਕੋਈ ਚੰਗੇ ਨੇ ਕੋਈ ਮਾੜੇ ਨੇ, ਕੌਣ ਭਲੇ ਕੋ ਮੰਦੇ। ਆਪਾਂ ਉਹਦੇ ਬਾਰੇ ਕੀ ਨਿਰਣਾ ਦੇ ਸਕਦੇ ਹਾਂ ਭਾਈ? ਹਾਂਜੀ, ਸੁਣ ਕਰ ਪੰਡਤ ਕਹਿਤ ਪੇ, ਹੈ ਅਨੇਕ ਹਰ ਨਾਮ। ਅੱਗੋਂ ਪੰਡਤ ਕਹਿਣ ਲੱਗੇ ਜੀ ਨਾਮ ਤੇ ਬੜੇ ਨੇ, ਕਿਹੜਾ ਨਾਂ ਰੱਬ ਦਾ ਲੈਣਾ ਚਾਹੀਦਾ? ਜੇ ਰੱਬ ਦੇ ਨਾਂ ਤੋਂ ਮੁਕਤੀ ਮਿਲਦੀ ਹੈ
ਹੁਣ ਉਹ ਪੰਡਤ ਸੀ ਵਿਚਾਰੇ। ਹੁਣ ਹਿੰਦੂ ਧਰਮ ਦੇ ਵਿੱਚ 24 ਤਾਂ ਅਵਤਾਰ ਨੇ, ਹੁਣ ਦੱਸੋ ਉਹਨਾਂ ਚੋਂ ਕਿਹਨੂੰ ਸਿਮਰਨ ਉਹ? ਅਗਰ ਅਸੀਂ 10 ਗੁਰੂਆਂ ਤੋਂ ਬਾਹਰ ਆ ਜਾਈਏ ਤੇ ਸਾਡੀ ਹਾਲਤ ਵੇਖ ਲਓ ਤੁਸੀਂ ਅੱਜ ਕੀ ਹੈ। ਕੋਈ ਟਕਸਾਲ ਵਾਲਾ ਹੈ, ਕੋਈ ਖੰਡ ਕੀਰਤਨੀ ਜਥੇ ਵਾਲਾ ਹੈ, ਕੋਈ ਰਾੜਾ ਵਾਲਾ ਸੰਪਰਦਾ ਕੋਈ ਉਹਦਾ ਹੈ, ਕੋਈ ਨਾਨਕਸਰ ਸੰਪਰਦਾ ਕੋਈ ਉਹਦਾ ਹੈ। ਹੁਣ ਇਹਦੇ ਤੋਂ ਅੱਗੇ ਕਈ ਨਿਰਮਲੀਆਂ, ਕਈ ਉਦਾਸੀਆਂ ਸੰਸਥਾਵਾਂ ਨੇ, ਸੰਪਰਦਾਵਾਂ ਨੇ ਭਾਈ। ਫਿਰ ਇਹਦੂ ਅੱਗੇ ਚਲੇ ਜਾਓਗੇ, ਕੋਈ ਕੰਬਲੀ ਵਾਲਾ ਹੈ, ਕੋਈ ਖੜਾਵਾਂ ਵਾਲਾ ਹੈ, ਇਹੋ ਜਿਹੇ ਮਹਾਂਪੁਰਖ ਵੀ ਨਿਕਲ ਆਉਣਗੇ। ਫਿਰ ਹੁਣ ਸਵਾਲ ਇਹ ਆਏਗਾ ਵੀ ਤੁਸੀਂ ਕਿਹਨੂੰ ਮੰਨਦੇ ਹੋ ਜੀ? ਸਾਡਾ ਤੇ ਬਚਾਅ ਇਹ ਹੋ ਗਿਆ ਵੀ ਅੰਮ੍ਰਿਤ 5 ਪਿਆਰੇ ਦਿੰਦੇ ਨੇ। ਜਿੱਤੇ ਜੇ ਗੱਲ ਨਾ ਹੁੰਦੀ ਤੇ ਹਰ ਬਾਬੇ ਦਾ ਆਪਣਾ ਅੰਮ੍ਰਿਤ ਹੋਣਾ ਸੀ। ਹਰ ਬਾਬੇ ਦੇ ਆਪਣੇ ਸਿੱਖ ਹੋਣੇ ਸੀ। ਇਹਦੇ ਚੰਗਾ ਹੋਇਆ ਵੀ ਸਿੱਖ ਤਾਂ ਘੱਟੋ ਘੱਟ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਰਹਿ ਗਏ ਅਸੀਂ। ਤੋ ਇੱਥੇ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜਦੋਂ ਉਹਨਾਂ ਪੰਡਤਾਂ ਨੂੰ, ਤੇ ਉਹ ਪੰਡਤ ਬਾਕੀ ਗੱਲ ਤੇ ਮੰਨ ਗਏ, ਕਹਿਣ ਲੱਗੇ ਜੀ ਨਾਮ ਦਾ ਕੀ ਕਰੀਏ? ਨਾਮ ਵੀ ਤਾਂ ਕਈ ਨੇ। ਪੰਡਤ ਕਹਿਤ ਭੇ ਹੈ ਅਨੇਕ ਹਰ ਨਾਮ। ਕਹਿੰਦੇ ਰੱਬ ਦੇ ਨਾਮ ਬੜੇ ਨੇ ਜੀ, ਦੱਸੋ ਕਿਹੜਾ ਸਿਮਰਨਾ ਹੈ? ਹਾਂਜੀ। ਕੌਣ ਨਾਮ ਹੈ ਮੁਕਤ ਦਾ, ਸੋ ਕਹੀਏ ਅਬ ਰਾਮ। ਭਾਵ ਹਰੀ ਕਹੀਏ ਤੇ ਮੁਕਤੀ ਮਿਲੇਗੀ, ਕਿ ਰਾਮ ਕਹੀਏ ਤੇ ਮੁਕਤੀ ਮਿਲੇਗੀ। ਗੋਬਿੰਦ ਕਹੀਏ, ਗੋਪਾਲ ਕਹੀਏ, ਲਾਲ ਕਹੀਏ, ਦਿਆਲ ਕਹੀਏ, ਕੀ ਬੋਲੀਏ? ਕਿ ਹਰ ਹਰ ਮਹਾਦੇਵ ਕਹੀਏ, ਕਿ ਜੈ ਜੈ ਸ਼ਿਵ ਸ਼ੰਕਰ ਕਹੀਏ? ਕਿਹੜੀ ਗੱਲ, ਕਿਹੜਾ ਨਾਮ ਲਈਏ ਕਿ ਜਿਹਦੇ ਨਾਲ ਮੁਕਤੀ ਜਿਹੜੀ ਹੈ, ਮੋਕਸ਼ ਪ੍ਰਾਪਤ ਹੋਵੇ? ਹਾਂਜੀ। ਸ਼੍ਰੀ ਨਾਨਕ ਪੁਨ ਬੈਨ ਉਚਾਰੇ, ਜੋ ਨੌਕਾ ਸਭ ਪਾਰ ਉਤਾਰੇ। ਹੁਣ ਸਤਿਗੁਰੂ ਕਹਿਣ ਲੱਗੇ ਭਾਈ ਤੁਸੀਂ ਦੱਸੋ, 1000 ਬੇੜੀ ਖਲੋਤੀ ਹੈ, ਤੁਸੀਂ ਦੱਸੋ ਇਹਦੇ ਚੋਂ ਚੰਗੀ ਬੇੜੀ ਕਿਹੜੀ ਹੈ? ਨਾ ਰੱਬ ਦੇ ਹਜ਼ਾਰਾਂ ਨਾਮ ਨੇ, ਅਸੰਖ ਨਾਮ, ਅਸੰਖ ਥਾਮ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਵੀ ਰੱਬ ਇੱਕ ਥਾਂ ਤੇ ਨਹੀਂ ਹੈ। ਜੇ ਆਪਾਂ ਹੁਣ ਮੰਨ ਲਈਏ ਵੀ ਨਹੀਂ, ਰੱਬ ਤੇ ਸਿਰਫ ਹਰਿਮੰਦਰ ਸਾਹਿਬ 'ਚ ਹੀ ਹੈ ਜੀ, ਪੁੱਛੋ ਫਿਰ ਅਮਰੀਕਾ ਦੇ ਸਿੱਖਾਂ ਨੂੰ ਰੋਟੀ ਕਿੱਦਾਂ ਮਿਲਦੀ ਹੈ? ਉਹਨਾਂ ਨੂੰ ਕਿਹੜਾ ਰੱਬ ਉੱਥੇ, ਉਹਨਾਂ ਦੀ ਰਾਖੀ ਕੌਣ ਕਰਦਾ? ਉੱਥੇ ਜਦੋਂ ਵੱਡੇ ਹਾਈਵੇ ਤੇ 50-50, 100-100 ਗੱਡੀਆਂ ਵੱਜਦੀਆਂ ਨੇ, ਤੇ ਉੱਥੇ ਕੌਣ ਬਚਾਉਂਦਾ ਹੈ? ਉਹ ਤੇ ਸਾਰੇ ਮਰ ਜਾਣੇ ਚਾਹੀਦੇ ਨੇ। ਉੱਥੇ ਵੀ ਤੇ ਕਿਹੜਾ ਰੱਬ ਰਾਖੀ ਕਰਦਾ ਹੈ? ਕਿ ਉਹ ਫਿਰ ਇੱਥੋਂ ਉੱਡ ਕੇ ਜਾਂਦਾ ਹੈ ਰੱਬ ਉੱਥੇ? ਨਹੀਂ, ਹਰਿਮੰਦਰ ਸਾਹਿਬ ਦੀ ਆਪਣੀ ਮਹਿਮਾ ਹੈ, ਬੰਗਲਾ ਸਾਹਿਬ ਦੀ ਆਪਣੀ ਮਹਿਮਾ ਹੈ। ਪਰ ਇਹਦਾ ਅਰਥ ਇਹ ਨਹੀਂ ਹੈ ਕਿ ਰੱਬ ਇੱਥੇ ਹੈ। ਇਹ ਤੇ ਫਿਰ ਉਹੀ ਗੱਲ ਹੋ ਗਈ, ਅਸੀਂ ਕਵਾਂਗੇ ਰੱਬ ਇੱਥੇ, ਮੁਸਲਮਾਨ ਕਹਿਣਗੇ ਮੱਕੇ 'ਚ ਹੈ, ਹਿੰਦੂ ਕਹਿਣਗੇ ਜਗਨਨਾਥਪੁਰੀ ਵਿੱਚ ਹੈ। ਅੜੇ ਰਹੋ, ਆਪਣੇ ਆਪਣੇ ਰੱਸੇ ਖਿੱਚ ਕੇ ਬੈਠੇ ਰਹੋ ਤੁਸੀਂ ਸਾਰੇ ਬਈ, ਲੜੀ ਜਾਓ, ਇੱਕ ਦੂਜੇ ਨਾਲ ਦੂਰੀਆਂ ਬਣਾ ਕੇ ਬੈਠੇ ਰਹੋ। ਨਹੀਂ, ਇਹ ਰੱਬ ਦੇ ਤੀਰਥ ਨੇ, ਰੱਬ ਦੇ ਨਾਂ ਤੇ ਬਣੇ ਹੋਏ ਪਵਿੱਤਰ ਸਥਾਨ ਨੇ, ਇਹਨਾਂ ਦੀ ਆਪਣੀ ਮਾਨ ਪ੍ਰਤਿਸ਼ਠਾ ਹੈ। ਪਰ ਇਹਨਾਂ ਵਿੱਚੋਂ ਹੀ ਆਵਾਜ਼ ਆਉਂਦੀ ਹੈ ਕਿ ਉਹ ਇੱਕ ਓਂਕਾਰ ਹੈ। ਜਦੋਂ ਇੱਕ ਓਂਕਾਰ ਕਹੋਗੇ ਫਿਰ ਤੁਸੀਂ ਬਾਹਰ ਨਿਕਲ ਜਾਓਗੇ ਵੀ ਨਹੀਂ, ਰੱਬ ਤੇ ਸਾਰੀਆਂ ਥਾਵਾਂ ਤੇ ਹੈ। ਸਤਿਗੁਰੂ ਕਹਿੰਦੇ ਤੁਸੀਂ ਇਹ ਦੱਸੋ ਵੀ ਬੇੜੀਆਂ ਤੇ ਬਹੁਤ ਨੇ, ਪਰ ਇਹਦੇ ਚੋਂ ਵਧੀਆ ਬੇੜੀ ਕਿਹੜੀ ਹੈ? ਸਤਿਗੁਰੂ ਕਹਿਣ ਲੱਗੇ ਵਧੀਆ ਬੇੜੀ ਉਹ ਹੈ ਜਿਹੜੀ ਤੁਹਾਨੂੰ ਪਾਰ ਲਾ ਦੇਵੇ। ਜਿਹੜੇ ਨਾਮ ਨੂੰ ਜਪਿਆ ਮੁਕਤੀ ਮਿਲਦੀ, ਸਤਿਗੁਰੂ ਕਹਿੰਦੇ ਸਾਰੇ ਹੀ ਚੰਗੇ ਨੇ, ਜਪੋ। ਪਰ ਉਸ ਬੇੜੀ ਵਿੱਚ ਨਾ ਬੈਠਿਓ ਜਿਹੜੀ ਬੇੜੀ ਰਸਤੇ ਵਿੱਚ ਤੁਹਾਨੂੰ ਲੈ ਕੇ ਡੁੱਬ ਜਾਏ। ਇਹ ਧਿਆਨ ਤੁਸੀਂ ਰੱਖਣਾ ਫਿਰ। ਹਾਂਜੀ। ਪੁਨ ਜਿਸ ਨੌਕਾ ਪਰ ਚੜ ਕੋ,
तेह को पार उतारे सो। ਇਸ ਕਰਕੇ ਉਹ ਨੌਕਾ ਚੰਗੀ ਹੈ ਜਿਹੜੀ ਨੌਕਾ ਤੁਹਾਨੂੰ ਦੂਜੇ ਕਿਨਾਰੇ ਲੈ ਜਾਏ, ਜਿਹੜੀ ਤੁਹਾਡੀ ਨਦੀ ਦਰਿਆ ਤੁਹਾਡਾ ਪਾਰ ਕਰਾ ਦੇਵੇ। ਹਾਂਜੀ, तिस ही संग ताहे को कामू, उतरह पार पाए सुख धामू। ਤੁਹਾਡਾ ਕੰਮ ਉਸ ਬੇੜੀ ਨਾਲ ਹੋਣਾ ਚਾਹੀਦਾ ਹੈ ਜਿਹੜੀ ਪਾਰ ਵੀ ਕਰੇ ਤੇ ਸੁੱਖਾਂ ਦੇ ਘਰ ਵਿੱਚ ਵੀ ਤੁਹਾਨੂੰ ਜਾ ਕੇ ਵਸਾਵੇ। ਹਾਂਜੀ, तैसे गुर जो नाम बताए, सो तेह को होवत गत दाए। ਇਸ ਕਰਕੇ ਜਿਹੜਾ ਨਾਮ ਗੁਰੂ ਤੋਂ ਮਿਲਦਾ ਹੈ ਉਹ ਸੁਖਦਾਈ ਹੈ। ਜਿਹੜਾ ਨਾਮ ਗੁਰੂ ਤੋਂ ਮਿਲਦਾ ਹੈ ਉਹ ਮੁਕਤੀ ਦਾ ਦਾਤਾ ਹੈ। ਹਾਂਜੀ, गुर उपदेश हृदय जिन तारा, सो भव सागर उतरा पारा। ਜਿਸ ਨੇ ਗੁਰੂ ਦਾ ਉਪਦੇਸ਼ ਮੰਨਿਆ ਹੈ, ਉਹੀ ਇਸ ਭਵ ਸਾਗਰ ਨੂੰ ਪਾਰ ਕਰਦਾ ਹੈ, ਉਹੀ ਇਸ ਸੰਸਾਰ ਸਮੁੰਦਰ ਨੂੰ ਤਰਦਾ ਹੈ। ਹਾਂਜੀ, इस प्रकार सुन कै शुभ बचना, पंडित बिनय पणे सुठ रचना। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਤੋਂ ਸੁਣੇ, ਇਦਾਂ ਦੇ ਜਦੋਂ ਸੁੰਦਰ ਵਾਕ ਗੁਰੂ ਪਿਤਾ ਮਹਾਰਾਜ ਨੇ ਉਚਾਰੇ। ਹਾਂਜੀ, दीन जान गत की जय हमारी, चरण शरण गह लीजे तुमरी। ਹੁਣ ਫਿਰ ਉਹ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ, ਕਹਿਣ ਲੱਗੇ ਜੀ ਹੁਣ ਕਿਰਪਾ ਕਰੋ, ਸਾਨੂੰ ਤੁਸੀਂ ਆਪਣੇ ਸਿੱਖ ਬਣਾਓ, ਤੁਸੀਂ ਬਣੋ ਸਾਡੇ ਗੁਰੂ। ਫਿਰ ਤੁਸੀਂ ਦੱਸੋ ਅਸੀਂ ਕਿਹੜਾ ਨਾਮ ਜਪੀਏ, ਸਾਡੀ ਮੁਕਤੀ ਕਰੋ, ਸਾਨੂੰ ਵੀ ਮੋਕਸ਼ ਗਤੀ ਨੂੰ ਪ੍ਰਾਪਤ ਹੋਣ ਦਾ ਤੁਸੀਂ ਉਪਦੇਸ਼ ਦਿਓ, ਮਾਰਗ ਦਰਸ਼ਨ ਬਖਸ਼ੋ। ਹਾਂਜੀ, राव सरस अपर नह कोई, सफल दर्श निज कर दुख खोई। ਤੁਹਾਡੇ ਵਰਗਾ ਰਾਵਰ ਵਰਗਾ ਹਜੂਰ ਵਰਗਾ ਕੋਈ ਦੂਸਰਾ ਨਹੀਂ। ਤੁਹਾਡੇ ਦਰਸ਼ਨ ਸਫਲ ਨੇ, ਤੁਹਾਡੇ ਦਰਸ਼ਨਾਂ ਤੋਂ ਦੁੱਖ ਮਿਟਦੇ ਨੇ। ਹਾਂਜੀ, सुनी बिनह जब करना ऐना, ਕੈਵਲ ਦਾ ਉਚਰੇ ਸੁਭ ਬੈਨਾ। ਤਦੋਂ ਫਿਰ ਸਤਿਗੁਰੂ ਜੀ ਨੇ ਮੁਕਤੀ ਦੇਣ ਵਾਲੇ ਕੈਵਲ ਦਾ ਜਿਹੜੇ ਸ਼ਬਦ ਨੇ, ਬਚਨ, ਉਹ ਆਪਣੇ ਮੁਖ ਤੋਂ ਉਚਾਰੇ ਨੇ। ਹਾਂਜੀ, ਸਤਨਾਮ ਕੋ ਕੀਜੈ ਜਾਪੂ, ਤੁਮਰੈ ਨਾਛੇ ਤੀਨੋ ਤਾਪੂ। ਸਤਿਗੁਰੂ ਜੀ ਨੇ ਆਖਿਆ ਭਾਈ ਤੁਸੀਂ ਸਤਨਾਮ ਦਾ ਜਦੋਂ ਸਿਮਰਨ ਕਰੋਗੇ, ਇਹ ਗੁਰ ਗੁਰ ਕਰਕੇ ਜਦੋਂ ਜਾਪ ਜਪੋਗੇ ਤੇ ਤੁਹਾਡੇ ਜੀਵਨ ਦੇ ਭਰਮ, ਇਹ ਵਹਿਮ, ਇਹ ਸਭ ਖਤਮ ਹੋ ਜਾਣਗੇ। ਹਾਂਜੀ, ਨਾਉ ਤਰੀਕ ਪਏ ਸਿਖ ਸੋਏ, ਗੁਰ ਗੁਰ ਜਾਪ ਜਪੇ ਭ੍ਰਮ ਖੋਏ। ਤੁਹਾਡੇ ਤਿੰਨੋਂ ਤਾਪ ਨਿਵਾਰੇ ਜਾਣਗੇ, ਆਦੀਆਂ ਵੀ, ਵਿਆਦੀਆਂ ਵੀ, ਉਪਾਧੀਆਂ ਵੀ। ਫਿਰ ਇਹ ਗੁਰੂ ਦੇ ਨਾਮ ਤਰੀਕ ਸਿੱਖ ਬਣੇ, ਗੁਰੂ ਦਾ ਸਿਮਰਨ ਕਰਨ ਵਾਲੇ। ਹਾਂਜੀ, ਕਿਤਕ ਦਿਵਸ ਗੁਰ ਡੇਰਾ ਕਰ ਕੈ, ਪੁਨ ਗਮ ਨੇ ਉਪਕਾਰ ਵਿਚਰ ਕੈ। ਇੱਥੇ ਫਿਰ ਕੁਝ ਦਿਨ ਸਤਿਗੁਰੂ ਜੀ ਰਹੇ ਕਾਸ਼ੀ ਬਨਾਰਸ ਵਿੱਚ। ਇੱਥੋਂ ਫਿਰ ਸਤਿਗੁਰੂ ਜੀ ਅੱਗੇ ਗਏ ਨੇ ਜਗਨਨਾਥਪੁਰੀ। ਹਾਂਜੀ, ਸੁਨ ਸ਼੍ਰੀ ਅੰਗਦ ਕਥਾ ਰਸਾਲਾ, ਆਗੇ ਗਮਨੇ ਬਹੁਰ ਕਿਰਪਾਲਾ। हे ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ ਕਿ ਕਾਸ਼ੀ ਬਨਾਰਸ ਤੋਂ ਬਾਅਦ ਸਤਿਗੁਰੂ ਜੀ ਹਿੰਦੂ ਧਰਮ ਦੇ ਸਨਾਤਨ ਮਤ ਦੇ ਉਸ ਤੀਰਥ ਤੇ ਗਏ ਜਿੱਥੇ ਮੰਨਿਆ ਜਾਂਦਾ ਹੈ। ਜਦੋਂ ਇਹ ਸ਼ਬਦ ਅਸੀਂ ਸੁਣਦੇ ਹਾਂ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੇ ਮੁਕਾਮਾ, ਕਿ ਜਿਹੜਾ ਦੱਖਣ ਹੈ ਉੱਥੇ ਹਰੀ ਰਹਿੰਦਾ ਹੈ। ਸਨਾਤਨ ਮਤ ਵਾਲੇ ਕਹਿੰਦੇ ਸਾਡਾ ਰੱਬ ਤੇ ਭਾਈ ਉੱਥੇ ਰਹਿੰਦਾ ਹੈ। ਉਹ ਜਿਹੜਾ ਤੀਰਥ ਅਸਥਾਨ ਹੈ ਜਗਨਨਾਥਪੁਰੀ। हे ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ ਕਿ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਨੇ। ਹਾਂਜੀ, ਜਗਨਨਾਥ ਕੋ ਜਹ ਅਸਥਾਨਾ, ਤਹਾਂ ਜਾਏ ਪਹੁੰਚੇ ਗਤ ਦਾਨਾ। ਇੱਥੇ ਮੁਕਤੀ ਦੇ ਦਾਤੇ ਗੁਰੂ ਨਾਨਕ ਦੇ ਪਿਤਾ ਜੀ ਜਦੋਂ ਆਉਂਦੇ ਨੇ,
हाँ जी। हर मंदिर के दर पर जाई, बैठे कितक काल तेह थाई। उत्थे जाके सतगुरु जी ने अपना आसन ला लिया, जिथे जगन्नाथपुरी दे मंदिर का दरवाजा सी उहदे लागे बह गए। हुण उत्थे वो घड़ी घड़ी आरती करते ने, वो मनते ने भी भगवान रहिंदा ही इत्थे है। जदों उन्होंने आरती करनी शुरू की, सतगुरु बैठे रहे। इत्थों फिर गल शुरू हो गई। देखो गुरु जी कोलों ये गल सीखण दा तरीका बहुत वधिया है। साडा ते सुभाव ये है, अगला चाह पींदा होवे, लंगर छकदा होवे, टैलीफोन ते लगा होवे, असीं अपनी शुरली छड्ड देनी जाके। सतगुरु इदां ये नहीं सिखाउंदे सन। जो आप इदा करते हैं तो फिर बड़े सोहणे शब्द अगले कहते हैं कि तू ये बई साडे काम दे विच तू की घड़ा मार दिता लिया के, तू अपने रौला पाउणा शुरू कर दिता है। सतगुरु ऐसा नहीं करते। गए ने जाके बह गए ने, कीता उन्होंने है, आरती उन्हें की, गुरु जी ने तो की नहीं। गुरु जी चुप करके बैठे रहे। हुण इस गल तो वो शुरू हो गए, कहन लगे भी तू कौन है, जे तू हिंदू नहीं है तो इत्थे लैण की आया, तो जे हिंदू है तो आरती च खड़ा क्यों नहीं होया। उत्थों फिर अगली कथा शुरू होएगी। अज इस कथा नूं आपां इत्थे ही विराम दिंने आ, क्योंकि समा साडे कोल 9:30 बजे तक ही है। तो जेड़े थोड़े जे मिनट बाकी ने, अज बहुत पवित्र गुरपुरब है। गुरु छेवें पातशाह महाराज ने, मीरी पीरी दे मालक ने, जिवें गुरु नानक दे पिता महाराज ने गुरु अंगद साहब नूं गुरियाई दिती सी, गुरु अंगद साहब ने गुरु अमरदास जी नूं दिती सी। गुरु अमरदास जी ने जिवें गुरु रामदास जी नूं गुरु बनाया सी, गुरु रामदास ने ये गुरियाई गुरु अर्जन साहब नूं बख्शी सी। रामदास गुरु जग तारण को, गुर जोत अर्जन माहे धरी। इसे तरह गुरु अर्जन साहब जी ने अर्जन काया पलट के मूरत हरगोबिंद सवारी। हुण गुरु हरगोबिंद पिता जी कीरतपुर साहब दे विच ज्योति जोत समाउंदे ने, जिहड़ा पतालपुरी साहब का स्थान है। अगर आप जी नूं पता होवे तो मुबारक है, नहीं तो ये चेता रखना कि पतालपुरी साहब का स्थान वो स्थान है जिथे गुरु छेवें पातशाह जी ने अपना 5 भूतक शरीर त्यागया सी। पर ज्योति जोत समाउण तो पहला जिहड़ी मर्यादा बनी हुई सी, क्योंकि उदों शरीरक गुरु वाली प्रथा चल रही सी। जिवें गुरु नानक साहब ने कीता सी, जोत ओहा जुगत साए शै काया फेर पलटी है। गुरु छेवें पातशाह ने अपनी जोत ते जुगती अपने पोतरे दे विच विदित कर दिती, प्रगट कर दिती। गुरु हराए साहब जिहड़े ने ये छेवें गुरु जी दे पोतरे सन, जां इउं कह लीए कि छेवें गुरु जी दे दादा जी सन। 7वें गुरु जी दे दादा जी सन छेवें गुरु जी, मीरी पीरी दे मालक, दल भंजन सूरमे गुरु, वड्डे जोधे परोपकारी सतगुरु गुरु हरगोबिंद साहब। ये गुरियाई सतगुरां ने कीरतपुर साहब बख्शी है, पर नाल उपदेश भी दिता है कि पुत्र दामन संकोच के चलना है। दामन संकोचन तो भाव यह है कि तुसी अपनी जिंदगी में जिवें मर्जी रवो। होया की सीगा, जननी मां ने बड़े सोहने वस्त्र अपने पुत्र नूं पवाए,
ਤੇ ਦਾਦਾ ਗੁਰੂ ਜੀ ਦੀ ਉਂਗਲੀ ਪਕੜਾ ਕੇ ਟਹਿਲ ਕਦਮੀ ਕਰਨ ਵਾਸਤੇ ਭੇਜ ਦਿੱਤਾ, ਸੈਰ ਕਰਨ ਵਾਸਤੇ। ਹੁਣ ਉਹਨਾਂ ਦੇ ਚੋਲੇ ਦੇ ਘੇਰੇ ਨਾਲ ਇੱਕ ਫੁੱਲਾਂ ਵਾਲੇ ਪੌਦੇ ਦੀ ਟਹਿਣੀ ਅੜ ਗਈ, ਖਿੱਚੀ ਗਈ ਤੇ ਫੁੱਲ ਦੀਆਂ ਪੱਤੀਆਂ ਥੱਲੇ ਝੜ ਗਈਆਂ। ਜਦੋਂ ਟਹਿਲ ਕਦਮੀ ਕਰਦੇ ਕਰਦੇ ਗੁਰੂ ਜੀ ਵਾਪਸ ਉੱਥੇ ਆਏ ਤੇ ਆਖਿਆ ਵੀ ਹੁਣੇ ਤੇ ਫੁੱਲ ਠੀਕ ਸੀ ਤੇ ਹੁਣ ਕਿਵੇਂ ਝੜ ਗਿਆ? ਤੇ ਸਿੱਖਾਂ ਨੇ ਦੱਸਿਆ ਵੀ ਮਹਾਰਾਜ ਅਸੀਂ ਤੇ ਗੁਸਤਾਖੀ ਕੀਤੀ ਨਹੀਂ, ਇਹ ਤੇ ਤੁਹਾਡੇ ਪੋਤਰੇ ਦੇ ਚੋਲੇ ਨਾਲ ਹੋਇਆ। ਤੇ ਉਹਨਾਂ ਨੇ ਸੁਤੇ ਭਾਵੇ ਬਚਨ ਆਖੇ ਸਨ, ਪੁੱਤਰ ਦਾਮਨ ਸੰਕੋਚ ਕੇ ਚੱਲੀਦਾ। ਭਾਵੇਂ ਸੀ ਕਿ ਆਪਣੀਆਂ ਖੁਸ਼ੀਆਂ ਨਾਲ ਇਹ ਧਿਆਨ ਰੱਖੋ ਵੀ ਕਿਸੇ ਦੂਜੇ ਦਾ ਜੀਵਨ ਵਰਾਨ ਤਾਂ ਨਹੀਂ ਹੁੰਦਾ। ਹੱਸਣਾ ਮਾੜਾ ਨਹੀਂ ਹੈ, ਪਰ ਮੈਂ ਇਹ ਗੱਲ ਆਪਣੀ ਜ਼ਿੰਦਗੀ 'ਚ ਖੁਦ ਵੇਖੀ ਹੈ। ਬੜੇ ਮੇਰੇ ਨੇੜੇ ਸੀ ਸਰਦਾਰ ਸਾਹਿਬ, ਹੁਣ ਉਹਨਾਂ ਦੀ ਮੌਤ ਹੋਈ ਤੇ ਬੱਚਿਆਂ ਲਈ ਤੇ ਬਾਪ ਮਰ ਜਾਏ ਤੇ ਜ਼ਿੰਦਗੀ ਹਨੇਰਾ ਹੋ ਜਾਂਦਾ। ਉਹ ਬੜੇ ਰੋਣ, ਜਾਣਾ ਤੇ ਮੈਂ ਵੈਸੇ ਹੀ ਸੀ, ਭਰੋਸਾ ਦਾ ਹੋਰ 10 ਮਿੰਟ ਲੇਟ ਹੋ ਜਾਂਦਾ ਬੰਦਾ, ਕਈ ਵਾਰੀ ਸਿੱਧਾ ਸ਼ਮਸ਼ਾਨ ਭੂਮੀ ਚਲੇ ਜਾਂਦਾ। ਪਰ ਮੈਂ ਅਰਥੀ ਨਵਾਉਣ ਤੋਂ ਵੀ ਪਹਿਲਾਂ ਘਰ ਚਲਾ ਗਿਆ। ਘਰ ਗਿਆ ਤੇ ਕੀ ਵੇਖਿਆ, ਇਹਨਾਂ ਦਾ ਘਰ ਦੂਜੀ ਮੰਜ਼ਿਲ ਤੇ ਸੀ, ਛੋਟੀ ਜੀ ਗਲੀ ਹੋਣੀ 10-12 ਫੁੱਟ ਹੋਣੀ ਹੈ ਗਲੀ, ਬਿਲਕੁਲ ਉਹਦੇ ਸਾਹਮਣੇ ਘਰ, ਉਹਦੀ ਬੇਸਮੈਂਟ ਦੇ ਵਿੱਚ ਢੋਲ ਵੱਜ ਰਿਹਾ, ਟੈਂਟ ਲੱਗੇ ਹੋਏ ਨੇ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਇਹ ਇਸ ਘਰ ਵਾਲੇ ਬੰਦੇ ਦੀ ਰਿਟਾਇਰਮੈਂਟ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਕ ਮਿੰਟ ਯਾਰ ਬੰਦ ਕਰੀ ਢੋਲ। ਉਹਨੇ ਬੰਦ ਕੀਤਾ। ਮੈਂ ਕਿਹਾ ਤੁਹਾਨੂੰ ਪਤਾ ਸਾਹਮਣੇ ਘਰ ਵਾਲਿਆਂ ਦੀ ਮੌਤ ਹੋਈ ਹੈ? ਆ ਕਹਿੰਦੇ ਜੀ ਪਤਾ ਤੇ ਲੱਗਿਆ ਕੋਈ ਬੰਦਾ ਮਰਿਆ ਹੈ। ਤੇ ਮੈਂ ਕਿਹਾ ਮਰੇ ਨਾਲੋਂ ਰਿਟਾਇਰਮੈਂਟ ਵੱਡੀ ਹੈ। ਮੈਂ ਕਿਹਾ ਕਿੰਨੇ ਵਜੇ ਹੋਣੀ ਰਿਟਾਇਰਮੈਂਟ? ਮਤਲਬ ਸਵੇਰੇ 11-12 ਵਜੇ ਉਹਨਾਂ ਸ਼ੁਰੂ ਕਰ ਲਿਆ ਵੀ ਰਿਟਾਇਰਮੈਂਟ ਵਾਲਾ ਬੰਦਾ 4-5 ਵਜੇ ਆਏਗਾ, ਤੁਸੀਂ ਵਜਾ ਲਿਓ ਢੋਲ, ਅਰਥੀ ਤਾਂ ਨਿਕਲ ਲੈਣ ਦਿਓ। ਉਹ ਨਹੀਂ ਮੰਨੇ। ਫਿਰ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਇਆ ਤੇ ਫਿਰ ਉਹ ਅੱਗੇ ਵੱਡੀ ਸੜਕ ਤੇ ਚਲੇ ਗਏ। ਮੈਂ ਕਿਹਾ ਤੁਸੀਂ ਗਲੀ ਦੇ ਬਾਹਰ ਜਾ ਕੇ ਵਜਾ ਲਓ, ਉਹਨਾਂ ਦੇ ਬੂਹੇ ਅੱਗੇ ਕਿਉਂ ਵਜਾਉਣ ਡਏ ਹੋ? ਇਹਨਾਂ ਕਿਤੇ ਇੱਕ ਦੂਜੇ ਦਾ ਦੁੱਖ ਸੁੱਖ ਹੋਣਾ ਚਾਹੀਦਾ ਹੈ ਨਾ। ਠੀਕ ਹੈ ਤੁਹਾਡੀ ਰਿਟਾਇਰਮੈਂਟ ਦੀ ਤੁਹਾਨੂੰ ਖੁਸ਼ੀ ਹੋ ਸਕਦੀ ਹੈ, ਪਰ ਸਾਹਮਣੇ ਘਰ ਵਿੱਚ ਤਾਂ ਦੀਵਾ ਹੀ ਬੁਝ ਗਿਆ, ਉਹਦਾ ਦੁੱਖ ਵੀ ਤਾਂ ਹੋਣਾ ਚਾਹੀਦਾ ਹੈ। ਇਹ ਉਪਦੇਸ਼ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਮਿਲਦਾ ਹੈ ਕਿ ਆਪਣੇ ਜੀਵਨ ਦੀਆਂ ਖੁਸ਼ੀਆਂ ਨੂੰ ਮਾਣੋ, ਪਰ ਇਸ ਗੱਲ ਦਾ ਧਿਆਨ ਰੱਖੋ ਵੀ ਤੁਹਾਡੀਆਂ ਖੁਸ਼ੀਆਂ ਕਿਸੇ ਲਈ ਦੁਖਦਾਈ ਤਾਂ ਨਹੀਂ, ਪੀੜਾਦਾਇਕ ਤਾਂ ਨਹੀਂ, ਤੁਹਾਡਾ ਸੁੱਖ ਕਿਸੇ ਦੇ ਵਾਸਤੇ ਸੂਲ ਤਾਂ ਨਹੀਂ ਬਣਿਆ ਹੋਇਆ। ਇਹ ਦਾਦਾ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅੱਜ ਗੁਰੂ 7ਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਦੇ ਗੁਰਤਾ ਗੱਦੀ ਦਾ ਜੋ ਗੁਰਪੁਰਬ ਹੈ ਅਤੇ ਗੁਰੂ ਕਲਗੀਧਰ ਪਿਤਾ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦਾ ਜੋ ਜਨਮ ਦਿਹਾੜਾ ਹੈ, ਇਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।